वाहिगुरु जी का खालसा वाहिगुरु जी की फतेह। परम सन्मान जोग गुरु रूप गुरु खालसा सतगुरां दी साजी और नवाजी होई। सतगुरां दा ही खास रूप गुरु प्यारी गुरु सवारी गुरु खालसा साध संगत जीओ। सो आप जी बड़ भागे हो, बड़िया भागा वाले हो, धनता दे जोग हो जो रोजाना दे निजम अनुसार रोजाना दे नेम अनुसार अमृत वेले तो लैके सतगुरां दी पावन पवित्र मुकद्दस गोद विच सुभाए मन हो के बैठे हो। सतगुरां दी अमृत रूप गुरबाणी पढ़ सुन रहे हो। सतगुरां दे पावन दरबार दियां सेवावां निभा रहे हो। सतसंगत ते महान तीर्थ ते महान सरोवर ते पहुंचना कीता है। समय और स्वासां नूं सफल बनाउण दा सफल यतन कर रहे हो। सो आओ पिछले कई रोजां तो लैके चल रहे धन धन साहिब श्री गुरु ग्रंथ साहिब सच्चे पातशाह जियां दी लड़ीवार विचार जो सतगुरां दी महान बख्शिश महरामत दयालता कृपा दे सदका आपां कल तक सतगुरां दी इस पावन बीड़ दे 12 अंग विचारण दे रूप दे विच संपन्न कीते हन अते अज श्री सोहला साहिब जी नाम दी बाणी दा तीसरा शब्द आपां मूल रूप दे विच सरवण कीता है जो कि संपूर्ण बाणी धन साहिब श्री गुरु ग्रंथ साहिब सच्चे पातशाह जियां दी इस पावन बीड़ ते 12 ਅਤੇ 13 अंग दिते ते सुशोभित है। सो कल तक आपां सतगुरां दी इस पावन बाणी दे 2 शब्द विचार लए हन ਅਤੇ ਅੱਜ तीसरा ਜਿਹੜਾ शब्द है उसनूं मूल रिपाठ ਦੇ ਰਾਹੀਂ ਸਰਵਣ ਕੀਤਾ है। सो आओ समय विच ਰਹਿੰਦਿਆਂ विचार अधीन शब्द नूं वाचन दा समझण दा यतन करिए। सतगुरु गुरु नानक साहिब सच्चे पातशाह इस पावन शब्द राही की समझाना चाहते हैं उस नूं समझिए अपनाइए जीवन का आधार बनाइए। आप सारी संगत मन चित वृत्तियां नूं एकागर करो। खंडा ब्रह्मंडां दे मालक दीना बंधु सतगुरु
ਕੁਲ ਕਾਇਨਾਤ ਦੇ ਸਾਂਝੇ ਰਹਿਬਰ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦੇ ਹੋਏ ਦਾਸਰੇ ਨੂੰ ਅਸੀਸ ਦਿਓ। ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕੱਲ ਤੱਕ ਆਪਾਂ ਸਾਰਿਆਂ ਨੇ, ਸਾਰੀ ਸੰਗਤ ਨੇ, ਸਾਰੇ ਪਰਿਵਾਰ ਨੇ ਰਲ ਮਿਲ ਕੇ ਸਤਿਗੁਰਾਂ ਦੀ ਇਸ ਪਾਵਨ ਬਾਣੀ ਦੇ 2 ਸ਼ਬਦ ਵਿਚਾਰਨ ਦੇ ਰੂਪ ਦੇ ਵਿੱਚ ਸੰਪੰਨ ਕੀਤੇ ਅਤੇ ਅੱਜ ਵਾਲਾ ਜਿਹੜਾ ਤੀਸਰਾ ਸ਼ਬਦ ਹੈ ਜੋ ਕਿ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਬੀੜ ਦੇ ਉੱਤੇ 13 ਅੰਗ ਦੇ ਉੱਤੇ ਸੁਸ਼ੋਭਿਤ ਹੈ ਅਤੇ ਰਾਗ ਧਨਾਸਰੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ। ਸੋ ਉਸ ਪਾਵਨ ਸ਼ਬਦ ਜਿਹੜੀ ਉਥਾਨਕਾ ਹੈ ਮੰਨਿਆ ਜਾਂਦਾ ਹੈ, ਜੋ ਪ੍ਰਚਲਿਤ ਹੈ ਸੰਪਰਦਾਇ ਉਥਾਨਕਾ ਜਿਹੜੀ ਹੈ ਇਸ ਤਰ੍ਹਾਂ ਕਿ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਦੇ ਸਮੇਂ ਸਮੁੱਚੀ ਕੁਲ ਕਾਇਨਾਤ ਨੂੰ ਉਤਾਰਦੇ ਹੋਏ ਜਗਨਨਾਥਪੁਰੀ ਵਿਖੇ ਪਹੁੰਚਦੇ ਤਾਂ ਉਹਨਾਂ ਪਾਂਡਿਆਂ ਨੂੰ ਉਪਦੇਸ਼ ਦੇਣ ਵਾਸਤੇ ਜਦੋਂ ਸ਼ਾਮ ਦੇ ਵੇਲੇ ਆਰਤੀ ਉਤਾਰਦੇ ਤਾਂ ਸਤਿਗੁਰੂ ਉਸ ਆਰਤੀ ਦੇ ਵਿੱਚ ਖੜੇ ਨਹੀਂ ਹੁੰਦੇ ਤੇ ਬਾਅਦ ਵਿੱਚ ਫਿਰ ਚਰਚਾ ਹੁੰਦੀ। ਸਤਿਗੁਰੂ ਸਾਰੀ ਜਿਹੜੀ ਚਰਚਾ ਹੈ ਕਿ ਕਿਵੇਂ ਕਿਵੇਂ ਫਿਰ ਉਹ ਪਾਂਡਿਆਂ ਨੂੰ ਸਤਿਗੁਰਾਂ ਨੇ ਸਮਝਾਉਣ ਦਾ ਯਤਨ ਕੀਤਾ, ਇਹ ਸਾਰਾ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ। ਕਿਉਂਕਿ ਜਦੋਂ ਤਾਈਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੋਂ ਤੁਰਦੇ ਆ ਨਾ, ਸੋ ਉਸੇ ਟਾਈਮ ਹੀ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੂਰੇ ਆਪਣੇ ਅੰਤਰਾਤਮੇ ਧਿਆਨ ਦੇ ਨਾਲ ਸਮੁੱਚੇ ਬ੍ਰਹਮੰਡ ਦੇ ਵਿੱਚ, ਸਮੁੱਚੀ ਕਾਇਨਾਤ ਵਿੱਚ ਕਿਵੇਂ ਕਿਵੇਂ ਲੋਕ ਈਰਖਾ ਦੀ, ਜੈਲਸੀ ਦੀ, ਕਰਮ ਕਾਂਡਾਂ ਦੀ, ਅਗਿਆਨਤਾ ਦੀ ਅੱਗ ਵਿੱਚ ਸੜ ਰਹੇ, ਸਤਿਗੁਰਾਂ ਨੇ ਸਾਰਾ ਕੁਝ ਤੱਕ ਲਿਆ ਸੀਗਾ ਉਸੇ ਟਾਈਮ ਹੀ। ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ, ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਸ ਆਈ। ਜਦੋਂ ਕਨੇ ਬਾਬਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਿਆਨ ਟਿਕਾ ਕੇ ਵੇਖਿਆ ਨਾ ਸੰਸਾਰ ਦੇ ਵੱਲ, ਤੇ ਸਮੁੱਚੀ ਜਿਹੜੀ ਕਾਇਨਾਤ, ਸਾਰਾ ਸੰਸਾਰ ਸੜ ਬਲ ਰਿਹਾ ਸੀ। ਕੋਈ ਈਰਖਾ ਦੀ ਅੱਗ 'ਚ ਸੜ ਰਿਹਾ ਸੀ, ਕੋਈ ਵਿਕਾਰਾਂ ਦੀ ਅੱਗ 'ਚ ਸੜ ਰਿਹਾ, ਕੋਈ ਕਰਮ ਕਾਂਡਾਂ ਦੀ ਅੱਗ 'ਚ ਸੜ ਰਿਹਾ, ਕੋਈ ਧਰਮੀ ਹੋਣ ਅਧਰਮੀ ਦੇ ਲਿਬਾਸ ਬਣੇ ਵਿੱਚ ਸੜ ਰਿਹਾ। ਕਿਉਂਕਿ ਬਾਹਰੀ ਰੂਪ ਦੇ ਵਿੱਚ ਕਈ ਵਾਰੀ ਆਪਾਂ ਨੂੰ ਅੱਗ ਦਿਸਦੀ ਨਹੀਂ ਹੁੰਦੀ। ਸੋ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਵੀ ਕਈ ਵਾਰ ਮਨੁੱਖ ਦੀ ਅੱਗ ਉਹਦੇ ਬੋਲਣ ਤੋਂ ਪ੍ਰਗਟ ਹੁੰਦੀ, ਬਾਹਰੋਂ ਵੇਖਣ ਨੂੰ ਸਰਾਫਤ ਲੱਗਦਾ ਹੁੰਦਾ ਵੀ ਸ਼ਰੀਫ ਹੈ ਬਹੁਤ ਜ਼ਿਆਦਾ, ਪਰ ਜਦੋਂ ਕਿਤੇ ਉਹ ਬੋਲਦਾ, ਕਿਤੇ ਹਵਾ ਮਿਲਦੀ ਤੇ ਫਿਰ ਪਤਾ ਲੱਗਦਾ ਵੀ ਅੰਦਰ ਤੇ ਭਾਂਬੜ ਮੱਚ ਰਿਹਾ। ਜਿਵੇਂ ਕੋਲਿਆਂ ਦੇ ਨਾ ਦੇਖੋ ਠੰਡੇ ਹੋਣ ਦੇ ਉੱਤੇ ਕੋਲੇ ਬਿਲਕੁਲ ਸੀਤਲ ਹੋ ਜਾਂਦੇ, ਠਾਰ ਜਾਂਦੇ, ਸਵਾਹ ਵਿੱਚ ਪਏ ਰਹਿਣ, ਮਾੜਾ ਜਿਹਾ ਕਣਕਾ ਹੋਵੇ ਤੇ ਸਾਰੇ ਕੋਲਿਆਂ ਨੂੰ ਉਹ ਜਗਾ ਨਹੀਂ ਸਕਦਾ। ਪਰ ਥੋੜਾ ਜਿਹਾ
ਹਵਾ ਚੱਲਣ ਦੀ ਕੋਈ ਦੇਰ ਆ, ਬਸ ਸਾਰੇ ਜਿਹੜੇ ਕੋਲੇ ਨੇ ਨਾ ਲਾਲ ਹੋ ਜਾਂਦੇ, ਕਿਉਂਕਿ ਅੱਗ ਤੇ ਉਹਨਾਂ ਦੇ ਅੰਦਰ ਪਈ ਆ। ਬਸ ਬਾਹਰੋਂ ਹਵਾ ਆਈ ਤੇ ਸਰਾਫਤ ਦੀ ਜਿਹੜੀ ਸਵਾਹ ਉੱਡੀ ਤੇ ਸਾਰਾ ਕੁਝ ਅੰਦਰਲਾ ਜਿਹੜਾ ਉਗੜ ਕੇ ਬਾਹਰ ਆ ਗਿਆ। ਸੋ ਆਪਣੀ ਦ੍ਰਿਸ਼ਟੀ ਤੇ ਹੋਰ ਤਰ੍ਹਾਂ ਦੀ ਆ, ਗੁਰੂ ਨਾਨਕ ਸਾਹਿਬ ਨੇ ਦੁਨੀਆ ਨੂੰ ਤੱਕਿਆ ਹੋਰ ਤਰ੍ਹਾਂ। ਜਿਵੇਂ ਬਾਬਾ ਫਰੀਦ ਜੀ ਨੇ ਤੱਕਿਆ ਸੀ ਨਾ ਵੀ ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਵਾਇਆ ਜੱਗ, ਉੱਚੇ ਚੜ੍ਹਕਾ ਵੇਖਿਆ ਤਾਂ ਘਰ ਘਰ ਇਹ ਅੱਗ। ਜਦੋਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਬਾਬਾ ਫਰੀਦ ਜੀ ਨੇ ਸੰਸਾਰ ਨੂੰ ਇਸ ਤੱਕਣੀ ਦੇ ਨਾਲ ਤੱਕਿਆ ਤੇ ਉਹਨਾਂ ਨੇ ਵੀ ਵੇਖਿਆ ਵੀ ਘਰ ਘਰ ਇਹੀ ਅੱਗ ਸੜ ਰਹੀ ਹੈ। ਕਿਹੜੀ ਅੱਗ ਸੀ? ਦੋਜ਼ਖ ਦੀ ਅੱਗ, ਵਿਕਾਰਾਂ ਦੀ ਅੱਗ, ਕਰਮ ਕਾਂਡਾਂ ਦੀ ਅੱਗ, ਵਹਿਮਾਂ ਭਰਮਾਂ ਦੀ ਅੱਗ, ਜੈਲਸੀ ਈਰਖਾ ਦੀ ਅੱਗ। ਇਹ ਸਾਰੀ ਅੱਗ ਦੇ ਵਿੱਚ ਲੋਕ ਸੜ ਰਹੇ ਸੀਗੇ। ਤੇ ਜਦੋਂ ਹੀ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੀ ਧਰਤੀ ਤੋਂ ਤੁਰਦੇ ਆ ਤੇ ਭਾਈ ਗੁਰਦਾਸ ਜੀ ਮੁਤਾਬਕ ਫਿਰ ਉਹਨਾਂ ਨੇ ਅੰਤਰਾਤਮੇ ਧਿਆਨ ਦੇ ਨਾਲ ਪੂਰੇ ਸੰਸਾਰ ਵੱਲ ਤੱਕਿਆ। ਜਦੋਂ ਪੂਰੇ ਸੰਸਾਰ ਵੱਲ ਤੱਕਿਆ ਤੇ ਵੇਖਿਆ ਕਿ ਸਮੁੱਚੀ ਕਾਇਨਾਤ ਹੀ ਸੜ ਰਹੀ ਆ ਅੱਗ ਦੇ ਵਿੱਚ। ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਜਦੋਂ ਬਾਬੇ ਨੇ ਕਹਿੰਦੇ ਧਿਆਨ ਟਿਕਾ ਕੇ ਵੇਖਿਆ ਫਿਰ ਸਾਰੀ ਪ੍ਰਿਥਵੀ ਸੜਦੀ ਬਲਦੀ ਦੀ ਸੀ। ਫਿਰ ਲੋਕਾਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਫਿਰ ਕਹਿੰਦੇ ਚੱਲ ਪਏ ਘਰੋਂ। ਸੋਧਿਆ ਚੱਲਿਆ ਸੋਧਣ, ਧਰਤ ਲੁਕਾਈ। ਪੂਰੀ ਲੁਕਾਈ ਨੂੰ ਧਰਤ ਨੂੰ ਸੋਧਣ ਵਾਸਤੇ ਗੁਰੂ ਨਾਨਕ ਸਾਹਿਬ ਘਰੋਂ ਚੱਲੇ। ਫਿਰ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਦੇਖੋ ਫਿਰ ਉਹਨਾਂ ਦੀ ਵਿਚਾਰਧਾਰਾ ਮੁਤਾਬਕ ਹੀ ਉਹਨੂੰ ਉਪਦੇਸ਼ ਦੇਣਾ ਕੀਤਾ। ਜਿਵੇਂ ਹਰਿਦੁਆਰ ਗਏ ਸਤਿਗੁਰੂ ਕੁੰਭ ਦੇ ਮੇਲੇ ਤੇ ਉਹ ਪਾਂਡੇ ਜਿਹੜੇ ਬ੍ਰਾਹਮਣ ਪੰਡਤ ਸਨ ਉੱਥੋਂ ਦੇ, ਤੇ ਉਹ ਪਾਣੀ ਦੇ ਰਹੇ ਸਨ ਸੂਰਜ ਨੂੰ। ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਹਨਾਂ ਦੇ ਵਿਪਰੀਤ ਲਹਿੰਦੇ ਵਾਲੇ ਨੂੰ ਪਾਣੀ ਦੇ ਕੇ ਉਪਦੇਸ਼ ਦੇਣਾ ਚਾਹਿਆ ਵੀ ਭਾਈ ਇਹ ਕਰਮ ਕਾਂਡ ਹੈ। ਚਲੋ ਇਹ ਸਾਖੀਆਂ ਤੇ ਬਹੁਤ ਲੰਬੇਰੀਆਂ ਨੇ। ਜਿਵੇਂ ਨਾਨੂ ਪੰਡਤ ਨੂੰ ਚਰਚਾ ਚ ਹਰਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਾਇਆ ਤੇ ਉਹ ਆਪਣੇ ਮੂੰਹ ਤੋਂ ਉਹਨੇ ਕਿਹਾ ਬਾਅਦ ਵਿੱਚ ਮੈਂ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਕਹਾਉਂਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਨਾਲ ਚਰਚਾ ਹੋਈ ਤੇ ਨਾਨੂ ਪੰਡਤ ਨੇ ਕਿਹਾ ਵੀ ਮੈਂ ਨਾਨੂ ਆ, ਮੈਂ ਨਾਨਕ ਨਹੀਂ ਆ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਮਸੀਤ ਪੜ੍ਹਨ ਵਾਸਤੇ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਅੰਤਰੰਤਮੇ ਧਿਆਨ ਨੂੰ ਜਦੋਂ ਖਿੱਚਿਆ ਤੇ ਉਹ ਮਲਾਣਿਆਂ ਨੂੰ, ਉਸ ਕਾਜ਼ੀ ਨੂੰ, ਮੁੱਲਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਵੀ ਭਾਈ ਪ੍ਰਮਾਤਮਾ ਦੇ ਘਰ ਜਿਹੜੇ ਉਹ ਅੰਦਰ ਦੀ ਖੇਡ ਜਿਹੜੀ ਆ ਨਾ, ਅੰਦਰ ਨੇ ਜਾ ਕੇ ਸਾਥ ਦੇਣਾ। ਇਹ ਬਾਹਰੋਂ ਬੈਠਣਾ ਉੱਠਣਾ ਇਹ ਕਰਮ ਕਾਂਡ ਭਰਮ ਨੇ ਇਹ ਸਭ ਇਹ। ਸੋ ਇਸੇ ਤਰ੍ਹਾਂ ਸਤਿਗੁਰੂ ਚੱਲਦੇ ਚੱਲਦੇ ਜਦੋਂ ਜਗਨਨਾਥਪੁਰੀ ਤੇ ਪਹੁੰਚਦੇ ਨਾ ਤੇ ਜਗਨਨਾਥਪੁਰੀ ਚਲੋ ਇਤਿਹਾਸ ਵੀ ਹੈ ਕਿ ਉੱਥੇ ਗੁਰਦੁਆਰਾ ਸਾਹਿਬ ਹੈ, ਮੰਗੂ ਮੱਠ ਅੱਜ ਵੀ ਬਣਿਆ ਹੋਇਆ। ਉਹਦਾ ਚਲੋ ਰੌਲਾ ਜਿਹਾ ਵੀ ਚੱਲਦਾ ਸਰਕਾਰਾਂ ਦੇ ਨਾਲ, ਘੁੰਮਤਾਂ ਨਾਲ ਥੋੜਾ ਮੋਟਾ। ਉਹ ਸਮੁੰਦਰ ਦੇ ਕਿਨਾਰੇ ਸਤਿਗੁਰੂ ਬੈਠੇ ਜਾ ਕੇ ਕਹਿੰਦੇ ਪਹਿਲਾਂ ਬਾਹਰ ਉਸ ਜਗਨਨਾਥਪੁਰੀ ਤੋਂ ਬਾਹਰਲੇ ਪਾਸੇ ਤੇ ਸਮੁੰਦਰ ਦਾ ਪਾਣੀ ਖਾਰਾ ਹੋਣ ਕਰਕੇ ਸਾਰੀ ਲੁਕਾਈ ਤੜਫ ਰਹੀ ਸੀ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸੋਟੀ ਦੇ ਨਾਲ ਕਹਿੰਦੇ ਉੱਥੇ ਮਿੱਠੇ ਜਲ ਦੀ ਜਿਹੜੀ ਬਖਸ਼ਿਸ਼ ਕੀਤੀ ਤੇ ਉਹ ਅੱਜ ਵੀ ਬੌਲੀ ਸਾਹਿਬ ਸਥਾਨ ਉਹ ਬਰਕਰਾਰ ਆ। ਉੱਥੇ ਸੰਗਤਾਂ ਜਾਂਦੀਆਂ, ਸ਼ਰਧਾ ਨਾਲ ਨਤਮਸਤਕ ਹੁੰਦੀਆਂ। ਤੇ ਗੁਰੂ ਨਾਨਕ ਸਾਹਿਬ ਨਾਲ ਕਹਿੰਦੇ ਸ਼ਾਮ ਦੇ ਵੇਲੇ ਫਿਰ ਜਗਨਨਾਥਪੁਰੀ ਦਾ ਜਿਹੜਾ ਮੰਦਿਰ ਸੀਗਾ ਕਹਿੰਦੇ ਆਪਣਾ ਲਿਬਾਸ ਸੀ ਜਿਹੜਾ ਉਹ ਭਗਵਾਂ ਕਰ ਲਿਆ। ਇਹਦਾ ਭਾਵ ਇਹ ਨਹੀਂ ਸਮਝਣਾ ਵੀ ਸ਼ਾਇਦ ਗੁਰੂ ਨਾਨਕ ਸਾਹਿਬ ਕਿਤੇ ਉਹ ਲਿਬਾਸ ਦੇ ਧਾਰਨੀ ਹੋ ਗਏ ਸਨ। ਸਤਿਗੁਰੂ ਅਸਲ ਵਿੱਚ ਉੱਥੋਂ ਲੋਕਾਂ ਦੀ ਮਨੋਦਸ਼ਾ ਸਮਝਣਾ ਚਾਹੁੰਦੇ ਸਨ ਵੀ ਲਿਬਾਸ ਨਾਲ ਕਿੰਨੇ ਕੁ ਲੋਕ ਜੁੜੇ ਹੋਏ ਆ। ਵੇਖਦੇ ਵੀ ਲਿਬਾਸ ਦੇ ਕਿੰਨੇ ਕੁ ਲੋਕ ਸਾਡੇ ਨਾਲ ਚਰਚਾ ਕਰਨ ਵਾਸਤੇ ਆਉਂਦੇ। ਜਦੋਂ ਜਗਨਨਾਥਪੁਰੀ ਦੀ ਪਰਿਕਰਮਾ ਚ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਬੈਠ ਗਏ ਨਾ, ਆਪਣਾ ਉਹ ਕਮੰਡਲ ਫੜ ਕੇ ਤੇ ਲਿਬਾਸ ਭਗਵਿਆਂ ਵਾਲਾ ਪਾਇਆ ਹੋਇਆ ਸੀਗਾ। ਤੇ ਸ਼ਾਮ ਦਾ ਵੇਲਾ ਹੋਇਆ, ਕਹਿੰਦੇ ਸਾਰੇ ਪਾਂਡੇ ਜਿਹੜੇ ਪੰਡਤ ਬ੍ਰਾਹਮਣ ਇਕੱਠੇ ਹੋ ਕੇ ਤੇ ਉਹ ਆਰਤੀ ਉਤਾਰਨ ਲੱਗੇ ਜਗਨਨਾਥਪੁਰੀ ਦੀ। ਜਦੋਂ ਆਰਤੀ ਉਤਾਰਨ ਲੱਗੇ ਤਾਂ ਉਹਨਾਂ ਨੇ ਥਾਲ ਲਿਆ, ਵਿੱਚ ਦੀਵੇ ਟਿਕਾਏ, ਧੂਪ ਜੋ ਵੀ ਉਹ ਕਰਦੇ ਸਾਰਾ ਕੁਝ ਉਹਨਾਂ ਨੇ ਟਿਕਾਇਆ ਤੇ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ। ਉਹ ਘੰਟਿਆਂ ਬੱਧੀ ਆਰਤੀ ਉਤਾਰਦੇ ਰਹੇ ਤੇ ਗੁਰੂ ਨਾਨਕ ਸਾਹਿਬ ਖੜੇ ਨਾ ਹੋਏ। ਕਹਿੰਦੇ ਜਿਵੇਂ ਦੇਖੋ ਮਰਿਆਦਾ ਚ ਵੱਜੇ ਲੋਕਾਂ ਨੂੰ, ਆਪਾਂ ਨੂੰ ਵੀ ਚਲੋ ਲੱਗਦਾ ਹੀ ਏਦਾਂ ਤਾਂ ਜਾਂ ਆਪਾਂ ਅਰਦਾਸ ਕਰਦੇ ਹੋਈਏ ਤੇ ਕੋਈ ਚੰਗਾ ਭਲਾ ਬੰਦਾ ਤੰਦਰੁਸਤ ਸਰੀਰ ਦਾ ਹੋਵੇ, ਜਿਹੜਾ ਚਲੋ ਕਿਤੇ ਸਰੀਰ ਕੋਈ ਪ੍ਰੋਬਲਮ ਆ ਜਾਣੀ ਗੱਲ ਵੱਖਰੀ ਆ,
ਵੀ ਚੰਗਾ ਭਲਾ ਬੰਦਾ ਸਰੀਰ ਦਾ ਹੋਵੇ ਤੇ ਉੱਠੇ ਨਾ ਤੇ ਆਪਾਂ ਨੂੰ ਸ਼ੱਕ ਤੇ ਹੋਏਗਾ ਬੰਦਾ ਵੀ ਹੋਰ ਧਰਮ ਦਾ ਲੱਗਦਾ ਕਿਸੇ ਦਾ, ਵੀ ਜਿਹੜਾ ਆਪਣੀ ਮਰਿਆਦਾ ਨੂੰ ਨਹੀਂ ਪਾਲ ਰਿਹਾ। ਉਹ ਜਗਨਨਾਥ ਦੇ ਪੰਡਤਾਂ ਨੇ ਜਦੋਂ ਵੇਖਿਆ ਨਾ ਗੁਰੂ ਨਾਨਕ ਸਾਹਿਬ ਨੂੰ ਵੀ ਇਹ ਸਾਡੇ ਆਰਤੀ 'ਚ ਹੀ ਖੜਾ ਨਹੀਂ ਹੋਇਆ ਤੇ ਲੱਗਦਾ ਵੀ ਕਿਸੇ ਹੋਰ ਫਿਰਕੇ ਦਾ ਮਨੁੱਖ ਹੈ, ਉਹ ਗੁਰੂ ਨਾਨਕ ਸਾਹਿਬ ਦੇ ਕੋਲ ਚਲੇ ਗਏ ਪਾਂਡੇ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਚਲੇ ਗਏ ਤੇ ਜਾ ਕੇ ਪੁੱਛਿਆ ਵੀ ਤੁਸੀਂ ਆਰਤੀ 'ਚ ਖੜੇ ਨਹੀਂ ਹੋਏ। ਉਹ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਭਾਈ ਮੈਂ ਤੇ ਪੱਕਾ ਹੀ ਆਰਤੀ ਕਰ ਰਿਹਾ ਹਰ ਰੋਜ਼ ਹੀ ਪੱਕੇ ਤੌਰ ਤੇ। ਕਹਿੰਦੇ ਰੱਬ ਨੂੰ ਤੁਸੀਂ ਮੰਨਦੇ ਹੋ? ਕਹਿੰਦੇ ਰੱਬ ਨੂੰ ਤੇ ਮੈਂ ਮੰਨਦਾ, ਪਰਮਾਤਮਾ ਨੂੰ ਤੇ ਮੰਨਦਾ ਮੈਂ। ਕਹਿੰਦੇ ਪਰ ਰੱਬ ਦੀ ਆਰਤੀ ਹੋ ਰਹੀ ਸੀ, ਪਰਮਾਤਮਾ ਦੀ ਆਰਤੀ ਹੋ ਰਹੀ ਸੀ, ਤੁਸੀਂ ਆਰਤੀ 'ਚ ਸ਼ਾਮਲ ਹੀ ਕੋਈ ਨਹੀਂ ਹੋਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਮੈਂ ਆਰਤੀ 'ਚੋਂ ਬਾਹਰ ਹੀ ਕੋਈ ਨਹੀਂ ਗਿਆ, ਮੈਂ ਸ਼ਾਮਲ ਹੀ ਸੀਗਾ। ਮੈਂ ਤੇ ਹਰ ਰੋਜ਼ ਹਰ ਸਮੇਂ ਹਰ ਖਿਣ ਹਰ ਪਲ ਮੈਂ ਆਰਤੀ ਵਿੱਚ ਸ਼ਾਮਲ ਹੀ ਰਹਿਣਾ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਇਦਾਂ ਦੀ ਕਿਹੜੀ ਆਰਤੀ ਜਿਹੜੀ ਤੁਸੀਂ ਹਰ ਟਾਈਮ ਰਹਿੰਦੇ ਹੋ? ਅਸੀਂ ਤੇ ਆਰਤੀ ਕਰਦੇ ਹਾਂ ਸਵੇਰੇ ਸ਼ਾਮ, ਜਦ ਤੇ ਚਲੋ ਸ਼ਾਮ ਨੂੰ ਕੀਤੀ ਜਾਂਦੀ, ਇਸ ਤੇ ਸ਼ਾਮ ਨੂੰ ਆਰਤੀ ਕਰਦੇ। ਇਹ ਕਿਹੜੀ ਆਰਤੀ ਹੋਈ ਜਿਹੜੀ ਦਿਨ ਰਾਤ ਹੀ ਹੋਈ ਜਾਂਦੀ ਆ? ਜਿਹੜੀ ਤੁਸੀਂ ਕਹਿੰਦੇ ਹੋ ਅਸੀਂ ਹਾਜ਼ਰੀ ਰਹਿਣਾ ਜਿਹੜੀ ਆਰਤੀ ਦੇ ਵਿੱਚ। ਗੁਰੂ ਨਾਨਕ ਸਾਹਿਬ ਨੇ ਫਿਰ ਉਪਦੇਸ਼ ਦੇ ਰੂਪ ਦੇ ਵਿੱਚ ਨਾ ਫਿਰ ਇਹ ਜਿਹੜਾ ਪਾਵਨ ਸ਼ਬਦ ਹੈ ਜਿਹੜਾ ਆਪਾਂ ਅੱਜ ਵਿਚਾਰਨਾ, ਇਹ ਉਹਨਾਂ ਪਾਂਡਿਆਂ ਨੂੰ ਉਪਦੇਸ਼ ਦੇਣ ਵਾਸਤੇ ਸਤਿਗੁਰੂ ਨੇ ਉਚਾਰਨ ਕੀਤਾ ਜਗਨਨਾਥਪੁਰੀ ਦੀ ਧਰਤੀ ਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਰੰਭਤਾ ਕੀਤੀ ਪਾਵਨ ਸ਼ਬਦ ਦੀ ਰਾਗ ਧਨਾਸਰੀ। ਧਨਾਸਰੀ ਰਾਗ ਦੇ ਵਿੱਚ ਸਤਿਗੁਰਾਂ ਨੇ ਆਰੰਭਤਾ ਕੀਤੀ ਮਹੱਲਾ ਪਹਿਲਾ। ਮਹੱਲੇ ਪਹਿਲੇ ਦਾ ਭਾਵ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ। ਤੇ ਇਸ ਪਾਵਨ ਸ਼ਬਦ ਜਿਹੜੇ ਰਹਾਉ ਵਾਲੇ ਬੰਦ ਹਨ ਉਹ ਹੈ ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ। ਇਹਦੇ ਅੱਖਰੀ ਅਰਥ ਮੈਂ ਪਹਿਲਾਂ ਕਰ ਦਿੰਦਾ। ਸਤਿਗੁਰੂ ਉਹ ਬ੍ਰਾਹਮਣਾਂ ਨੂੰ ਵੀ ਉਪਦੇਸ਼ ਦੇ ਰਹੇ ਤੇ ਇਹ ਨਹੀਂ ਕਿ ਉਹਨਾਂ ਵਾਸਤੇ ਸ਼ਬਦ ਉਚਾਰਨ ਕੀਤਾ ਤੇ ਆਪਾਂ ਨੂੰ ਵੀ ਸਾਰਿਆਂ ਨੂੰ ਉਪਦੇਸ਼ ਦੇ ਰਹੇ ਆ। ਜਿਹੜੇ ਆਪਾਂ ਵੀ ਪਤਾ ਨਹੀਂ ਕਿੰਨਾ ਪਖੰਡੀਆਂ ਮਗਰ ਲਾ ਕੇ ਥਾਲ ਚੱਕ ਕੇ ਘਮਾਉਣੇ ਸ਼ੁਰੂ ਕੀਤੇ ਨਾ, ਤੇ ਉਪਦੇਸ਼ ਆਪਣੇ ਵਾਸਤੇ ਵੀ ਹੈ, ਇਕੱਲੇ ਬ੍ਰਾਹਮਣਾਂ ਵਾਸਤੇ ਜਾਂ ਉਹਨਾਂ ਪੰਡਤਾਂ ਵਾਸਤੇ, ਜਗਨਨਾਥਪੁਰੀ ਰਹਿਣ ਵਾਲੇ ਪੰਡਤਾਂ ਵਾਸਤੇ ਨਹੀਂ ਸੀਗਾ। ਜਿਹੜਾ ਵੀ ਮਨੁੱਖ ਅਕਾਲ ਪੁਰਖ ਦੀ ਪੂਜਾ ਤੋਂ ਹੋਣ ਤੋਂ ਮੁਨਕਰ ਹੋ ਕੇ ਨਾ ਤੇ ਵਹਿਮਾਂ ਭਰਮਾਂ ਪਖੰਡਾਂ ਕਰਮਕਾਂਡਾਂ 'ਚ ਪਿਆ, ਉਹ ਹਰ ਇੱਕ ਸਿੱਖ ਨੂੰ ਸਿੱਖਿਆ ਦੇ ਰਿਹਾ ਹੈ ਪਾਵਨ ਸ਼ਬਦ। ਸਤਿਗੁਰੂ ਕਹਿੰਦੇ ਭਾਈ ਅਸੀਂ ਤੇ ਉਸ ਅਕਾਲ ਪੁਰਖ ਦੀ ਆਰਤੀ ਕਰਦੇ ਹਾਂ, ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ। ਭਾਵ ਦਾ ਭਾਵ ਹੈ ਜਿਹੜਾ ਜਨਮ ਮਰਨ ਤੋਂ ਖੰਡਣ ਵਾਲਾ, ਰਹਿਤ ਕਰਨ ਵਾਲਾ ਪਰਮਾਤਮਾ, ਜਿਹੜਾ ਸਮੁੱਚੇ ਕੁੱਲ ਕਾਇਨਾਤ ਨੂੰ ਮੁਕਤੀ ਦੀ ਦਾਤ ਦੇਣ ਵਾਲਾ ਰੱਬ ਹੈ ਨਾ, ਅਸੀਂ ਤੇ ਉਸ ਦੀ ਆਰਤੀ ਕਰਦੇ ਹਾਂ। ਅਨਹਤਾ ਸ਼ਬਦ ਬਜੰਤ ਭੇਰੀ। ਤੇ ਉਹ ਪਾਂਡਿਆਂ ਨੇ ਬ੍ਰਾਹਮਣਾਂ ਨੇ ਕਿਹਾ ਵੀ ਤੁਹਾਡੇ ਕੋਲੇ ਨਾ ਤੇ ਕੋਈ ਨਾਦ ਹੈ, ਜਿਵੇਂ ਦੇਖੋ ਆਰਤੀ ਜਦੋਂ ਤੁਸੀਂ ਵੇਖੇ ਹੋਣਗੇ ਕਰਦੇ ਕੋਈ ਸਾਧੂ ਲੋਕ ਅੱਜ ਵੀ ਕਰਦੇ। ਚਲੋ ਇਹ ਥੋੜਾ ਜਿਹਾ ਮੈਂ ਜ਼ਿਕਰ ਕਰਦਾ, ਕਿਸੇ ਧਰਮ ਦੇ ਮੈਂ ਕੰਡੈਮ ਨਹੀਂ ਕਰ ਰਿਹਾ ਇਹ ਗੱਲ। ਹਾਂ ਕਿਸੇ ਧਰਮ ਦਾ ਕੋਈ ਗ੍ਰੰਥ ਕਹਿੰਦਾ ਹੋਵੇ ਤੇ ਠੀਕ ਹੋਇਆ ਵੀ ਉਹਨਾਂ ਕਰਨ ਜਾਂ ਨਾ ਕਰਨ, ਉਹਨਾਂ ਨੂੰ ਮੁਬਾਰਕ ਹੋਵੇ। ਪਰ ਸ਼ਰਮ ਤੇ ਉਦੋਂ ਆਉਂਦੀ ਜਦੋਂ ਸਿੱਖਾਂ ਦੇ ਘਰਾਂ ਵਿੱਚ ਰਹਿਣ ਵਾਲੇ ਆਪਣੇ ਆਪ ਨੂੰ ਖਾਲਸਾ ਕਹਾਉਣ ਵਾਲੇ ਸਿੱਖ ਉਹ ਥਾਲੀਆਂ ਚੱਕ ਕੇ ਘੁਮਾਈ ਜਾ ਰਹੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਤੁਸੀਂ ਉਸ ਅਕਾਲ ਦੀ ਆਰਤੀ ਨਾ ਜਿਹੜੀ ਦਿਨ ਰਾਤ ਹੋ ਰਹੀ, ਜਿਹੜੀ ਹਰ ਸਮੇਂ ਹੋ ਰਹੀ, ਹਰ ਜਗ੍ਹਾ ਹੋ ਰਹੀ, ਜਿਹੜੀ ਜਿਵੇਂ ਤੁਸੀਂ ਇਹਦਾ ਭਾਵ ਸਪਸ਼ਟ ਹੈ ਵੀ ਰੱਬ ਦੀ ਪੂਜਾ ਨੂੰ ਇੱਕ ਸਮੇਂ ਨਾਲ ਮਿਥਲਿਆ। ਕਹਿੰਦੇ ਰੱਬ ਦੀ ਪੂਜਾ ਇੱਕ ਸਮੇਂ ਨਾਲ ਥੋੜਾ ਸੀ। ਕਬੀਰ ਸਾਹਿਬ ਨੇ ਵੀ ਇੱਕ ਬਚਨ ਕਿਹਾ ਸੀਗਾ ਇਹਦੀ ਪ੍ਰਥਾਏ, ਜਦੋਂ ਉਹ ਮਲਾਣਿਆਂ ਦੇ ਨਾਲ ਕਬੀਰ ਸਾਹਿਬ ਦੀ ਇੱਕ ਵਿਚਾਰ ਚਰਚਾ ਹੋਈ ਸੀ ਤੇ ਮਲਾਣਿਆਂ ਨੇ ਕਿਹਾ ਨਾ ਵੀ ਸਾਡਾ ਜਿਹੜਾ ਅੱਲਾ ਮਤਾਲਾ ਨਾ ਪੱਛਮ ਦੀ ਧਰਤੀ ਵੱਲ ਵਸਦਾ, ਤੇ ਕਬੀਰ ਸਾਹਿਬ ਨੇ ਵੀ ਕਿਹਾ ਸੀ ਅੱਲਾਹ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ। ਵੀ ਭਾਈ ਜੇ ਤੁਸੀਂ ਕਹਿੰਦੇ ਹੋ ਵੀ ਅੱਲਾ ਮਸੀਤ ਵਿੱਚ ਹੀ ਆ ਤੇ ਆਹ ਚਾਰ ਦੀਵਾਰੀ ਦੇ ਵਿੱਚ ਹੀ ਹੈ, ਫਿਰ ਬਾਕੀ ਮੁਲਕ ਕਿਹਦਾ ਹੈ? ਬਾਕੀ ਜਿਹੜਾ ਬ੍ਰਹਮੰਡ ਹੈ ਸਾਰਾ, ਜਿੰਨੀ ਬਨਸਪਤੀ ਹੈ, ਜੀਵ ਜੰਤੂ ਸਭ, ਉਹ ਕੌਣ ਨੇ? ਫਿਰ ਜਿਵੇਂ ਆਪਾਂ ਮਿੱਥ ਮੰਨ ਲਈਏ ਠੀਕ ਹੈ, ਚਲੋ ਇਹ ਗੱਲ ਵੱਖਰੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਆ ਕੇ ਗੁਰੂ ਕੀ ਸਾਖੀਆਂ ਸੁਣਨਾ, ਸੋਝੀ ਲੈਣੀ ਹੈ, ਗੱਲ ਵੱਖਰੀ। ਪਰ ਇਹ ਆਪਾਂ ਧਾਰਨਾ ਬਣਾ ਲਈਏ ਵੀ ਨਹੀਂ ਗੁਰਦੁਆਰੇ ਨਹੀਂ ਪਾਪ ਕਰਨਾ ਚਾਹੀਦਾ, ਬਾਹਰ ਜਿੰਨੇ ਮਰਜ਼ੀ ਕਰੀ ਜਾਓ, ਇਦਾਂ ਤੇ ਬਹੁਤ ਫਿਰ ਮਾੜੀ ਗੱਲ ਆ ਨਾ ਆਪਣੀ। ਇਹਦੇ ਪਰ ਰੱਬ ਦੀ ਹੋਣ ਤੋਂ ਮੁਨਕਰ ਹੋਣ ਵਾਲੀ ਗੱਲ, ਇਹ ਤਾਂ ਭਾਵ ਤੇ ਆਪਾਂ ਮੰਨ ਹੀ ਲਿਆ ਨਾ ਵੀ ਰੱਬ ਕੱਲਾ ਗੁਰਦੁਆਰੇ ਆ ਜਾਂ ਮੰਦਿਰ ਮਸਜਿਦ ਡੇਰੇ ਵਿੱਚ ਹੀ ਆ, ਬਾਹਰ ਨਹੀਂ ਆ। ਵੀ ਗੁਰਦੁਆਰੇ ਝੂਠ ਨਹੀਂ ਬੋਲਣਾ, ਬਾਹਰ ਜਿੰਨਾ ਮਰਜ਼ੀ ਬੋਲੀ ਜਾਓ। ਗੁਰੂ ਨਾਨਕ ਸਾਹਿਬ ਨੇ ਇਸੇ ਗੱਲ ਨੂੰ ਕੰਡੈਮ ਕੀਤਾ ਵੀ ਭਾਈ ਜਿਹੜਾ ਪ੍ਰਮਾਤਮਾ ਨਾ
ਉਹ ਜਿਹੜੇ ਸਾਧੂ ਲੋਕ ਉਹ ਸੰਖ ਸੁੰਖ ਜੇ ਵਜਾਉਂਦੇ, ਚਲੋ ਕਹਿੰਦੇ ਤੁਹਾਡੇ ਕੋਲੇ ਸੰਖ ਨਹੀਂ ਹੈਗਾ, ਨਾਦ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਸਾਡਾ ਪ੍ਰਮਾਤਮਾ ਦਾ ਸੰਖ ਵੱਜ ਰਿਹਾ ਨਾ, ਉਹ ਅਨਹਤਾ ਸ਼ਬਦ ਵਜੰਤ ਭੇਰੀ। ਅਨਹਤਾ ਦਾ ਭਾਵ ਹੁੰਦਾ ਨਾਸ਼ ਨਾ ਹੋਣ ਵਾਲਾ, ਜਿਹੜਾ ਕਦੇ ਖਾਤਮ ਹੀ ਨਹੀਂ ਹੁੰਦਾ। ਕਹਿੰਦੇ ਦਿਨ ਰਾਤ ਹੀ ਉਹ ਵੱਜ ਰਿਹਾ। ਵਜੰਤ ਭੇਰੀ, ਭੇਰੀ ਤੁਸੀਂ ਸਮਝੇ ਹੋਊਗਾ ਗੱਲ, ਭੇਰੀ ਹੁੰਦੀ ਟੱਲੀਆਂ ਜਾਂ ਵਜਾਉਂਦੇ ਹੁੰਦੇ ਜਿਹੜੇ ਪੰਡਤ ਲੋਕ ਨਾ, ਇੱਕ ਦੂਜੀ ਟੱਲੀ ਜੀ ਨਾ ਮਾਰ ਕੇ ਉਹਨੂੰ ਭੇਰੀ ਕਹਿੰਦੇ ਆ। ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦੀਆਂ ਜਿਹੜੀਆਂ ਭੇਰੀਆਂ ਨੇ ਨਾ, ਜਿਹੜੀਆਂ ਅਨਹਤ ਨਾਦ ਆ, ਇਹ ਦਿਨ ਰਾਤ ਵੱਜ ਰਹੇ। ਹੁਣ ਸਤਿਗੁਰੂ ਪਾਵਨ ਸ਼ਬਦ ਦੀ ਆਰੰਭਤਾ ਕਰਦੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿ ਰਹੇ ਭਾਈ ਤੁਸੀਂ ਛੋਟਾ ਜਿਹਾ ਥਾਲ ਲਿਆ। ਉਹਨਾਂ ਬ੍ਰਾਹਮਣਾਂ ਨੂੰ ਪੰਡਤਾਂ ਨੂੰ ਸਮਝਾ ਰਹੇ ਤੇ ਸਿੱਖਿਆ ਤੇ ਆਪਾਂ ਨੂੰ ਮਿਲੀ ਰਹੀ ਨਾ, ਜਿਹੜੇ ਅੱਜ ਵੀ ਕਰਮ ਕਾਂਢੀ ਸਿੱਖ ਬਣੇ ਫਿਰਦੇ, ਵਹਿਮਾਂ ਭਰਮਾਂ 'ਚ ਪਏ, ਤੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਰੱਬ ਸਾਡੀ ਆ ਧੂਪ ਨਾਲ ਹੀ ਮਿਲ ਜਾਂਦਾ, ਸ਼ਾਇਦ ਇੰਨਾ ਕੁ ਕਰਮ ਕਰ ਲਈਏ ਰੱਬ ਇਹਦੇ ਨਹੀਂ ਮਿਲ ਜਾਂਦਾ, ਵੀ ਗੁਰਦੁਆਰੇ ਝੂਠ ਨਹੀਂ ਬੋਲਣਾ, ਬਾਹਰ ਜਿੰਨੇ ਮਰਜ਼ੀ ਬੋਲੀ ਜਾਓ ਇਦਾਂ ਹੀ ਰੱਬ ਮਿਲ ਜਾਂਦਾ। ਸਤਿਗੁਰੂ ਬਿਲਕੁਲ ਗਲਤ ਗੱਲ ਹੈ। ਕਹਿੰਦੇ ਭਾਈ ਤੁਸੀਂ ਮਿੱਥ ਮੰਨ ਲਈ ਵੀ ਰੱਬ ਦੇ ਵਾਸਤੇ ਛੋਟਾ ਜਿਹਾ ਥਾਲ ਲੈ ਲਿਆ ਇੱਕ, ਉਹਦੇ 'ਚ ਦੀਵੇ ਰੱਖ ਲਏ। ਕਹਿੰਦੇ ਜਿਹੜਾ ਪ੍ਰਮਾਤਮਾ ਦਾ ਥਾਲ ਹੈ ਗਗਨ ਮੈਂ, ਇਹ ਮੈਂ ਜਿਹੜਾ ਲਫ਼ਜ਼ ਹੈ ਨਾ, ਇਹ ਤੇ ਬਿੰਦੀ ਨਹੀਂ, ਬਿੰਦੀ ਤੋਂ ਰਹਿਤ ਹੀ ਕਰਨਾ ਇਹਨੂੰ, ਕਿਉਂਕਿ ਚਲੋ ਜਿਹੜੇ ਤੇ ਮਾੜੀ ਮੋਟੀ ਗੁਰਬਾਣੀ ਨੂੰ ਡੂੰਘਾਈ ਦੇ ਨਾਲ ਵਿਚਾਰਦੇ ਉਹਨਾਂ ਨੂੰ ਤੇ ਗੱਲ ਸਮਝ ਆ ਜਾਂਦੀ। ਜਦੋਂ ਮੈਂ ਲਫ਼ਜ਼ ਨੂੰ ਬਿੰਦੀ ਦੇ ਸਹਿਤ ਪੜਿਆ ਜਾਊ ਨਾ, ਇਹਦਾ ਅਰਥ ਹੋਰ ਬਣ ਜਾਏਗਾ। ਜਦੋਂ ਬਿੰਦੀ ਤੋਂ ਰਹਿਤ ਪੜਿਆ ਜਾਊ, ਇਹਦਾ ਅਰਥ ਮੈਂ ਦਾ ਵਿੱਚ ਬਣ ਜਾਂਦਾ। ਸਤਿਗੁਰੂ ਕਹਿ ਰਹੇ ਆ ਗਗਨ ਮੈਂ ਥਾਲ। ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਦਾ ਜਿਹੜੀ ਆਰਤੀ ਹੋ ਰਹੀ ਆ ਨਾ, ਦਿਨ ਰਾਤ ਹਰ ਸਮੇਂ ਹੋ ਰਹੀ, ਕਹਿੰਦੇ ਉਹ ਜਿਹੜਾ ਥਾਲ ਆ ਉਹ ਗਗਨ ਆ। ਗਗਨ ਦਾ ਭਾਵ ਹੁੰਦਾ ਆਕਾਸ਼। ਕਹਿੰਦੇ ਕਿੱਡਾ ਵੱਡਾ, ਦੇਖੋ ਥਾਲ ਵੀ ਗੋਲਾਕਾਰ ਹੁੰਦਾ ਤੇ ਆਕਾਸ਼ ਵੀ ਗੋਲਾਕਾਰ ਆ, ਅੰਡਾਕਾਰ ਕਹੋ ਚਲੋ। ਕਹਿੰਦੇ ਸਤਿਗੁਰੂ ਕਹਿ ਰਹੇ ਆ ਵੀ ਭਾਈ ਜਿਹੜਾ ਸਮੁੱਚਾ ਪੂਰਾ ਗਗਨ ਹੈ ਨਾ, ਜਿਹੜਾ ਆਕਾਸ਼ ਆ, ਬ੍ਰਹਿਮੰਡ ਦਾ ਆਕਾਸ਼ ਆ ਜਿਹੜਾ, ਕਹਿੰਦੇ ਇਹ ਮਾਨੋ ਥਾਲ ਹੈ ਰੱਬ ਦੇ ਘਰ ਦਾ। ਤੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤੁਸੀਂ ਛੋਟੇ ਛੋਟੇ ਕਹਿੰਦੇ ਮਿੱਟੀ ਦੇ ਦੀਵੇ ਬਣਾ ਕੇ ਉਹਨਾਂ 'ਚ ਤੇਲ ਪਾ ਕੇ ਤੇ ਬੱਤੀਆਂ ਜਗਾਈਆਂ ਹੋਈਆਂ। ਇਹਨਾਂ ਨੇ ਅੱਧੇ ਘੰਟੇ ਨੂੰ, ਕਿਸੇ ਨੇ 10 ਮਿੰਟਾਂ ਨੂੰ, ਕਿਸੇ ਨੇ 15 ਮਿੰਟਾਂ ਨੂੰ ਬੁੱਝ ਜਾਣਾ। ਤੇ ਰੱਬ ਦੀ ਆਰਤੀ, ਜਿਹੜਾ ਰੱਬ ਪਰਮਾਤਮਾ ਜਿਹੜਾ ਐਡਾ ਵੱਡਾ ਅਕਾਲ ਪੁਰਖ ਹੈ, ਜਿਹੜਾ ਪੂਰੇ ਦੇਸ਼ਾਂ ਵਿਦੇਸ਼ਾਂ ਬ੍ਰਹਿਮੰਡਾਂ ਨੂੰ ਬਣਾ ਰਿਹਾ, ਪਾਲ ਰਿਹਾ, ਸਾਜ ਰਿਹਾ, ਕਹਿੰਦੇ ਐਡੇ ਵੱਡੇ ਅਕਾਲ ਪੁਰਖ ਦੀ ਆਰਤੀ ਏਡੀ ਛੋਟੀ ਨਹੀਂ ਨਾ ਹੋ ਸਕਦੀ। ਫਿਰ ਉਹ ਜਿਵੇਂ ਥੋੜੇ ਦਿਨ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ ਭਗਤ ਫਰੀਦ ਜੀ ਦਾ, ਚਲੋ ਮੈਨੂੰ ਪ੍ਰਮਾਣ ਯਾਦ ਆ ਗਿਆ ਚੇਤੇ ਮੇਰੇ। ਭਗਤ ਫਰੀਦ ਜੀ ਬੜੇ ਚਿਰਾਂ ਬਾਅਦ ਕਹਿੰਦੇ ਉਹ ਜਦੋਂ ਬੰਦਗੀ ਕਰਕੇ ਆਏ ਨਾ ਘਰ, ਤੇ ਘਰ ਭਾਈਆਂ ਨੇ ਸਾਰਾ ਕੁਝ ਵੰਡ ਵੁੰਡ ਲਿਆ ਤੇ ਮਾਤਾ ਨੂੰ ਬਾਹਰ ਝੌਂਪੜੀ ਵਿੱਚ ਭਾਇਆ ਹੋਇਆ ਸੀਗਾ। ਹੁਣ ਭਗਤ ਫਰੀਦ ਦੀ ਮਾਂ ਬੰਦਗੀ ਵਾਲੀ ਸੀ ਤੇ ਭਗਤ ਫਰੀਦ ਜੀ ਆ ਕੇ ਵੇਖਿਆ ਕਿ ਘਰੇ ਤਾਂ ਕੁਝ ਵੀ ਨਹੀਂ ਆ, ਮਾਂ ਵੀ ਬਾਹਰ ਬੈਠੀ ਝੌਂਪੜੀ ਦੇ ਵਿੱਚ ਝੁੰਬੀ ਪਾਈ। ਤੇ ਮਾਂ ਨੇ, ਹੁਣ ਪੁੱਤ ਤੇ ਮਾਂ ਦਾ ਰਿਸ਼ਤਾ ਜਿਹੜਾ ਹੁੰਦਾ, ਮਾਂ ਨੇ ਕਿਹਾ ਵੀ ਜੇ ਕਿਤੇ ਘਰੇ ਮਾੜਾ ਮੋਟਾ ਆਟਾ ਹੁੰਦਾ ਤੇ ਮੈਂ ਤੁਹਾਨੂੰ ਕੜਾਹ ਪ੍ਰਸ਼ਾਦ ਕਰਕੇ ਛਕਾ ਦਿੰਦੀ। ਤੇ ਭਗਤ ਫਰੀਦ ਜੀ ਕਹਿਣ ਲੱਗੇ ਵੀ ਮਾਂ ਰੱਬ ਤੋਂ ਜੋ ਮੰਗੋਗੇ ਨਾ ਤੁਹਾਨੂੰ ਉਹ ਮਿਲੇਗਾ। ਤੇ ਭਗਤ ਫਰੀਦ ਦੀ ਮਾਂ ਨੇ ਕਹਿੰਦੇ ਜਾਚਨਾ ਕਰ ਲਈ ਵੀ ਪ੍ਰਮਾਤਮਾ ਥੋੜਾ ਜਿਹਾ ਪਾਈਆ ਘਿਓ ਆਟਾ ਤੇ ਆ ਗੁੜ ਸ਼ੱਕਰ ਜਿਹੜਾ ਹੈ, ਇਹ ਕਹਿੰਦੇ ਪਾਈਆ ਤਾਂ ਦੇ ਦਿਓ ਸਾਨੂੰ, ਅਸੀਂ ਘੱਟੋ ਘੱਟ ਪ੍ਰਸ਼ਾਦ ਤੇ ਬਣਾ ਕੇ ਛਕ ਲਈਏ। ਭਗਤ ਫਰੀਦ ਜੀ ਕਹਿੰਦੇ ਬਾਹਰ ਚਲੇ ਗਏ ਤੈਨੂੰ ਘੁੰਮਣ ਫਿਰਨ, ਤੇ ਕੋਈ ਸੁਦਾਗਰ ਬਣਜਾਰਾ ਸਿੱਖ ਆਇਆ, ਉਹ ਬੜਾ ਕੁਝ ਰਾਸ਼ਨ ਦੇ ਭਰੇ ਭੰਡਾਰ, ਉਹ ਗੱਡੇ ਲੱਦੇ ਤੇ ਸਾਰੇ ਭਗਤ ਫਰੀਦ ਦੇ ਘਰ ਲਾ ਗਿਆ। ਭਗਤ ਫਰੀਦ ਜੀ ਆਏ ਨਾ ਤੇ ਆ ਕੇ ਵੇਖਿਆ ਕਿ ਘਰੇ ਮਾਲਾ ਮਾਲ ਹੋਇਆ ਪਿਆ ਸਾਰਾ ਕੁਝ। ਤੇ ਮਾਤਾ ਜੀ ਨੂੰ ਕਹਿਣ ਲੱਗੀ ਵੀ ਇਹ ਕੌਣ ਲਾ ਗਿਆ? ਮਾਤਾ ਕਹਿਣ ਲੱਗੀ ਵੀ ਕੋਈ ਸੁਦਾਗਰ ਬਣਜਾਰਾ ਆਇਆ ਸੀ ਤੇ ਉਹ ਲਾ ਗਿਆ। ਉਹ ਭਗਤ ਫਰੀਦ ਜੀ ਕਹਿੰਦੇ ਵੀ ਅਸਲ ਬਣਜਾਰਾ ਨਹੀਂ ਸੀ, ਉਹ ਅਕਾਲ ਪੁਰਖ ਪਰਮਾਤਮਾ ਹੀ ਸੀਗਾ, ਵੀ ਸਾਰਾ ਕੁਝ ਲਾ ਕੇ ਚਲਿਆ ਗਿਆ ਬਸ। ਤੇ ਮਾਤਾ ਜੀ ਕਹਿੰਦੇ ਮੈਂ ਤੇ ਪਾਈਏ ਮੰਗਿਆ ਸੀ, ਕਹਿੰਦੀ ਮੈਂ ਤਾਂ ਪਾਈਆ ਘਿਓ ਮੰਗਿਆ ਸੀ ਤੇ ਪਾਈਆ ਆਟਾ, ਪਾਈਆ ਗੁੜ ਸ਼ੱਕਰ ਮੰਗਿਆ ਸੀ, ਤੇ ਕਹਿੰਦੇ ਗੱਡੇ ਲੱਦੇ ਆਉਂਦੇ। ਕਹਿੰਦੇ ਮਾਤਾ ਤੂੰ ਇਹ ਸੋਚ ਵੀ ਜਿਹੜਾ ਰੱਬ ਅਕਾਲ ਪੁਰਖ ਜਿੱਡਾ ਵੱਡਾ ਨਾ, ਉਹਦਾ ਪਾਈਆ ਵੀ ਉੱਡਾ ਹੀ ਵੱਡਾ ਹੁੰਦਾ ਨਾ, ਉਹਦਾ ਪਾਈਆ ਛੋਟਾ ਥੋੜਾ ਹੋ ਸਕਦਾ। ਮਨੁੱਖ ਜਿੱਡੀ ਕੋਈ ਮਨੁੱਖ ਦੀ ਬੰਦਗੀ ਨੀਤ ਹੁੰਦੀ ਤੇ ਓਡਾ ਉਹਦਾ ਪਾਈਆ ਹੁੰਦਾ।
ਕਹਿੰਦੇ ਸਤਿਗੁਰੂ ਕਹਿੰਦੇ ਵੀ ਭਾਈ ਪ੍ਰਮਾਤਮਾ ਜਿੱਡਾ ਵੱਡਾ ਹੈ, ਇਹਦੀ ਆਰਤੀ ਵੀ ਓਡੀ ਵੱਡੀ ਆ। ਹੁਣ ਐਡੇ ਵੱਡੇ ਰੱਬ ਦੀ ਆਰਤੀ ਸਟੀਲ ਦੇ ਥਾਲ ਥੋੜੀ ਕੀਤੀ ਜਾ ਸਕਦੀ ਆ, ਤੇ ਕਿ ਤੁਹਾਨੂੰ ਬਹੁਤ ਵੱਡਾ ਭੁਲੇਖਾ ਪੈ ਗਿਆ। ਕਹਿੰਦੇ ਇਹ ਕਹਿੰਦੇ ਪ੍ਰਮਾਤਮਾ ਵਾਸਤੇ ਜਿਹੜੀ ਆਰਤੀ ਵਾਸਤੇ ਥਾਲ ਆ ਨਾ, ਉਹ ਆਕਾਸ਼ ਹੈ, ਗਾਗਨ ਮੈ ਥਾਲ ਰਵ ਚੰਦ ਦੀਪਕ ਬਣੇ। ਤੁਸੀਂ ਕਹਿੰਦੇ ਨਿੱਕੇ ਨਿੱਕੇ ਦੀਵੇ ਤੇ ਜੇ ਜਗਾਏ ਹੋਏ ਆ 100-150, ਇਹਨਾਂ ਨੇ ਕਿਸੇ ਨੇ 10 ਮਿੰਟਾਂ ਨੂੰ, ਕਿਸੇ ਨੇ 5 ਮਿੰਟਾਂ ਨੂੰ ਬੁੱਝ ਜਾਣਾ ਤੇ ਇਹਨਾਂ ਨੇ ਨੇਰ ਕਰ ਦੇਣਾ। ਤੇ ਪ੍ਰਮਾਤਮਾ ਦੇ ਜਿਹੜੇ ਦੀਵੇ ਨੇ ਦਿਨ ਰਾਤ ਜਗ ਰਹੇ। ਉਹ ਸੂਰਜ ਚੜ੍ਹਦਾ ਤੇ ਚੰਦਰਮਾ ਛਿਪ ਜਾਂਦਾ, ਚੰਦਰਮਾ ਛਿਪਦਾ ਤੇ ਸੂਰਜ ਚੜ ਜਾਂਦਾ। ਕਹਿੰਦੇ ਗਾਗਨ ਮੈ ਥਾਲ, ਗਾਗਨ ਦਾ ਭਾਵ ਆਕਾਸ਼, ਰਵ ਚੰਦ ਦੀਪਕ ਬਣੇ। ਰਵ ਦਾ ਭਾਵ ਹੈ ਸੂਰਜ, ਚੰਦ ਦਾ ਭਾਵ ਹੈ ਚੰਦਰਮਾ। ਕਹਿੰਦੇ ਰਵ ਸੂਰਜ ਤੇ ਚੰਦਰਮਾ ਦੋ ਦੀਵੇ ਆ, ਉਹ ਬੁੱਧ ਬੁੱਧੇ ਆਕਾਸ਼ ਦੇ ਵਿੱਚ। ਇਹ ਤੇ ਆਪਾਂ ਨੂੰ ਸਾਰਿਆਂ ਦਿਸ ਹੀ ਰਹੀ ਨਾ, ਜਿਹੜੀ ਆਰਤੀ ਦੇ ਵਿੱਚ ਆਪਾਂ ਨੂੰ ਗੁਰੂ ਨਾਨਕ ਸਾਹਿਬ ਲਾਉਣਾ ਚਾਹੁੰਦੇ ਆ, ਉਹ ਤੇ ਪ੍ਰਤੱਖ ਹੈ ਦ੍ਰਿਸ਼, ਥੋੜਾ ਉਹ ਥੋੜਾ ਵੀ ਦਿਸਦੀ ਨਹੀਂ ਆ, ਉਹ ਤੇ ਦਿਸ ਹੀ ਰਹੀ ਆ, ਦਿਨ ਰਾਤ ਹੀ ਹੋ ਹੀ ਰਹੀ ਆ ਨਾ। ਸਤਿਗੁਰੂ ਕਹਿ ਰਹੇ ਆ ਗਾਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਤੇ ਤਾਰਿਆਂ ਦਾ ਜਨਕ ਦਾ ਭਾਵ ਹੁੰਦਾ ਤਾਰਿਆਂ ਦਾ ਜਿਹੜਾ ਸਮੂਹ ਆ ਨਾ, ਕਹਿੰਦੇ ਇਹ ਪ੍ਰਮਾਨੋ ਪ੍ਰਮਾਤਮਾ ਦੀ ਥਾਲ ਦੇ ਵਿੱਚ ਮੋਤੀ ਪਏ ਆ। ਜਿਵੇਂ ਉਹ ਪਾਂਡੇ ਰੱਖਦੇ ਨਾ, ਜਦੋਂ ਆਰਤੀ ਕਰਦੇ ਦੀਵੇ ਰੱਖਦੇ, ਵਿੱਚੋਂ ਫੁੱਲ ਮੋਤੀ ਰੱਖਦੇ, ਕੋਈ ਜਵਾਹਰਾਤ ਰੱਖਦੇ, ਇਦਾਂ ਕਹਿੰਦੇ ਭਾਈ ਜਿੰਨੇ ਤਾਰੇ ਚਮਕ ਰਹੇ ਨਾ, ਜਗਮਗਾ ਰਹੇ ਜਿੰਨੇ ਤਾਰੇ ਆਕਾਸ਼ ਦੇ ਵਿੱਚ, ਇਹ ਮਾਨੋ ਪ੍ਰਮਾਤਮਾ ਦੀ ਆਰਤੀ ਹੋ ਰਹੀ। ਤੇ ਸਾਰੇ ਦੋ ਦੀਵੇ ਜਗ ਰਹੇ ਵੱਡੇ, ਜਿਵੇਂ ਜਿਹੜੇ ਸਾਰੇ ਬ੍ਰਹਮੰਡਾਂ ਵਿੱਚ, ਸਾਰੇ ਸੰਸਾਰ ਵਿੱਚ ਹੀ ਚਾਨਣ ਕਰ ਰਹੇ ਆ। ਤੇ ਸਾਰੇ ਸੰਸਾਰ ਜਿਹੜੇ ਚਾਨਣ ਕਰ ਰਹੇ, ਕਹਿੰਦੇ ਉਹ 'ਚ ਮੋਤੀ ਜਿਹੜੇ ਪਏ ਨੇ ਤੇ ਤਾਰਿਆਂ ਦੇ ਪਏ ਆ। ਜਨਕ ਮੋਤੀ ਦਾ ਭਾਵ ਹੈ ਤਾਰਿਆਂ ਦਾ ਜਿਹੜਾ ਸਮੂਹ ਆ ਨਾ, ਇਹ ਮੋਤੀ ਆ। ਧੂਪ ਮਲ ਆਨ ਲੋ, ਇਹ ਪਾਠ ਨਾ ਦੋ ਤਰ੍ਹਾਂ ਦਾ ਹੁੰਦਾ ਵੈਸੇ, ਦੋਨੋਂ ਪਾਠ ਮੈਂ ਜਿਹੜਾ ਮੁੱਖ ਪਾਠ ਆ ਉਹ ਤੇ ਹੈ ਧੂਪ ਮਲਾਣ ਲੋ ਪਾਠ ਵੱਖਰਾ ਕਰਨਾ। ਵੈਸੇ ਹੁਣ ਜਿਹੜੇ ਸਰੂਪ ਨੇ ਨਾ, ਜਿਹੜੇ ਜਿਨ੍ਹਾਂ ਤੋਂ, ਚਲੋ ਮੈਂ ਵੀ ਜਿਨ੍ਹਾਂ ਤੋਂ ਪਾਠ ਕਰ ਰਿਹਾ ਪਾਵਨ ਸਰੂਪ ਤੋਂ, ਇਹਦੇ ਉੱਤੇ ਵੀ ਮਲਾਣ ਲੋ ਪਾਠ ਇਕੱਠਾ ਕਰਿਆ ਹੋਇਆ। ਬਈ ਜਿਹੜਾ ਅਸ਼ੁੱਧ ਹੈ ਲੋ ਪਾਠ ਤਕਰੀਬਨ ਪ੍ਰਾਤਨ ਸਰੂਪਾਂ 'ਚ ਵੱਖਰਾ ਹੁੰਦਾ ਸੀਗਾ। ਚਲੋ ਦੂਸਰਾ ਪਾਠ ਅਰਥ ਕਰਨ ਵਾਸਤੇ ਵਿਦਵਾਨ ਕਰਦੇ ਸੀ ਧੂਪ ਮਲ ਆਨ ਲੋ, ਮਲ ਪਲਸ ਆਨ ਲੋ। ਪਰ ਜਿਹੜਾ ਲੋ ਪਾਠ ਇਕੱਠਿਆ ਕੀਤਾ ਪਿਆ ਨਾ ਗੁਟਕਿਆਂ ਵਿੱਚ ਵੀ, ਹੁਣ ਪੋਥੀਆਂ ਦੇ ਵਿੱਚ ਵੀ, ਸਵਰੂਪਾਂ ਦੇ ਵਿੱਚ ਵੀ, ਇਹ ਲੋ ਪਾਠ ਵੱਖਰੇ ਕਰਨਾ। ਇਹ ਮੈਨੂੰ ਪਤਾ, ਚਲੋ ਤੁਸੀਂ ਸਾਰੇ ਤੇ ਸੰਥਿਆ ਵਾਲੇ ਨਹੀਂ ਬੈਠੇ, ਕਿਉਂਕਿ ਚਲੋ ਮੇਰਾ ਪੜਾਉਣ ਦਾ ਵਿਸ਼ਾ ਵਧਾ, ਤਾਂ ਕਰਕੇ ਚਲੋ ਵਿਦਿਆਰਥੀ ਜਨ ਸੁਣਦੇ, ਕਈ ਵਾਰੀ ਇਹ ਪਾਠ ਸ਼ੁੱਧ ਹੋ ਜਾਂਦਾ। ਚਲੋ ਧੂਪ ਮਲ ਆਨ ਲੋ ਪਾਵਨ ਚਾਵਰੋ ਕਰੇ। ਹੁਣ ਸਤਿਗੁਰੂ ਕਹਿ ਰਹੇ ਭਾਈ ਤੁਸਾਂ ਕਹਿੰਦੇ ਗੁਗਲ ਧੂਪ ਰਾਗੜੀ, ਤੇ ਇਹਦੇ ਵਿੱਚੋਂ ਕਹਿੰਦੇ ਸੁਗੰਧੀ ਆ ਰਹੀ, ਜਿਹੜੀ ਅੱਧੇ ਘੰਟੇ ਨੂੰ ਖਤਮ ਹੋ ਜਾਣੀ ਆ। ਤੇ ਪ੍ਰਮਾਤਮਾ ਦੀ ਜਿਹੜੀ ਕਹਿੰਦੇ ਧੂਪ ਆ ਨਾ, ਕਹਿੰਦੇ ਉਹ ਮਲਿਆਗਰ ਜਿਹੜਾ ਚੰਦਨ ਦਾ ਰੁੱਖ, ਚੰਦਨ ਦਾ ਜੰਗਲ ਹੈ। ਜਦੋਂ ਇੱਧਰ ਜਾਈਏ ਨਾ, ਆਪਾਂ ਮੈਂ ਪੜਿਆ ਹੀ ਆ, ਉਹਦੇ ਬਾਰੇ ਗਿਆ ਨਹੀਂ ਆ, ਦੱਖਣ ਭਾਰਤ ਵੱਲ ਬੰਬਈ ਤੋਂ ਰਾਮੇਸ਼ਵਰ ਵੱਲ ਨੂੰ, ਤੇ ਉਧਰੇ ਫਿਰ ਮਲਿਆਗਰ ਦੇ ਜਿਹੜੇ ਵੱਡੇ ਵੱਡੇ ਪਹਾੜ ਆਉਂਦੇ, ਜੰਗਲ ਆਉਂਦੇ ਚੰਦਨ ਦੇ ਰੁੱਖਾਂ ਦੇ। ਤੇ ਚੇਤ ਮਹੀਨੇ ਦੇ ਵਿੱਚ ਜਦੋਂ ਫਿਰ ਉਹ ਬਾਂਸ ਦੀ ਰਾਗੜ ਇੱਕ ਦੂਜੇ ਨਾਲ ਵੱਜਦੀ ਨਾ, ਅੱਗ ਲੱਗਦੀ ਉਹ ਜੰਗਲਾਂ ਨੂੰ, ਤੇ ਉਹ ਅੱਗ ਲੱਗਣ ਕਾਰਨ ਜਿੰਨੀ ਖੁਸ਼ਬੂ ਫਿਰ ਉਹਦੇ ਵਿੱਚੋਂ ਪੈਦਾ ਹੁੰਦੀ, ਸਾਰੇ ਬ੍ਰਹਿਮੰਡ ਨੂੰ ਇੱਕ ਵਾਰੀ ਮਨਮੋਹਕ ਕਰ ਜਾਂਦੀ ਆ। ਸਤਿਗੁਰੂ ਕਹਿੰਦੇ ਭਾਈ ਤੁਹਾਡੀ ਜਿਹੜੀ ਧੂਪ ਤੁਸੀਂ ਜਲਾਈ ਹੋਈ ਹੈ, ਤੇ 10 ਮਿੰਟਾਂ ਨੂੰ ਖਤਮ ਹੋ ਜਾਣਾ, ਇਹਦੀ ਸੁਗੰਧੀ ਖਤਮ ਹੋ ਜਾਣੀ ਥੋੜੇ ਚਿਰ ਬਾਅਦ। ਕਹਿੰਦੇ ਪ੍ਰਮਾਤਮਾ ਦੀ ਧੂਪ ਤੇ ਦਿਨ ਰਾਤ ਹੀ ਚੱਲ ਰਹੀ ਹੈ, ਸਾਰੇ ਬ੍ਰਹਿਮੰਡ ਦੇ ਵਿੱਚ ਚੱਲ ਰਹੀ। ਤੁਹਾਡੀ ਧੂਪ ਨੇ ਤੇ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾਣਾ। ਤੇ ਪ੍ਰਮਾਤਮਾ ਦੀ ਜਿਹੜੀ ਧੂਪ ਚੱਲ ਰਹੀ ਨਾ, ਜਿਹੜੀ ਮਲਿਆਗਰ ਜੀ ਚੰਦਨ ਦੇ ਰੁੱਖਾਂ ਚੋਂ ਮਹਿਕ ਆ ਰਹੀ ਆ, ਕਹਿੰਦੇ ਤੇ ਸਮੁੱਚੇ ਬ੍ਰਹਿਮੰਡ ਨੂੰ ਬਿਸਮਾਤ ਵਿੱਚ ਲਿਜਾਣ ਵਾਲੀ ਆ। ਧੂਪ ਮਲ ਆਣ ਲੋ ਪਾਵਨ ਚਵਰੋ ਕਰੇ। ਤੁਸੀਂ ਨਿੱਕੇ ਨਿੱਕੇ ਜਿਹੇ ਚੌਰ ਲਏ ਹੋਏ ਆ, ਕਹਿੰਦੇ ਇਹਦੇ ਤੇ ਮੂਰਤੀਆਂ ਦੇ ਉੱਤੇ ਚੌਰ ਕਰਦੇ ਰਹੇ ਹੋ। ਤੇ ਪ੍ਰਮਾਤਮਾ ਦਾ ਜਿਹੜਾ ਚਵਰ ਆ, ਕਹਿੰਦੇ ਪੂਰੀ ਜਿਹੜੀ ਬਨਸਪਤੀ ਆ ਨਾ, ਉਤਪਜ ਖਾਣੀ ਜਿਹੜੀ, ਕਿਉਂਕਿ ਚਾਰ ਖਾਣੀਆਂ ਨੇ ਸੰਸਾਰ ਦੇ ਬ੍ਰਹਿਮੰਡ ਦੀਆਂ ਉਤਪਤੀ ਦੀਆਂ, ਅੰਡਜ ਜੇਰਜ ਸੇਤਜ ਦੇ ਉਤਪਜ। ਅੰਡਜ ਦਾ ਭਾਵ ਜਿਹੜੇ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ, ਜਿਰਜ ਤੋਂ ਭਾਵ ਜਿਹੜੇ ਜੇਰ ਤੋਂ ਪੈਦਾ ਹੋਣ ਵਾਲੇ ਜੀਵ, ਜਿਨ੍ਹਾਂ ਵਿੱਚ ਆਪਾਂ ਮਨੁੱਖ ਜਾਤੀ ਆ ਜਾਂਦੀ। ਸੇਤਜ ਭਾਵ ਜਿਹੜੇ ਹੁਮਸ ਤੋਂ ਮੁੜਕੇ ਤੋਂ ਪੈਦਾ ਹੋਣ ਵਾਲੇ ਜੀਵ। ਉਤਪਜ ਉਹ ਜਾਤੀ ਹੁੰਦੀ, ਖਾਣੀ ਹੁੰਦੀ, ਜਿਹੜੀ ਧਰਤੀ ਦੀ ਹਿੱਕ ਪਾੜ ਕੇ ਬਾਹਰ ਆਉਂਦੀ। ਬਨਸਪਤੀ ਜਿਹਨੂੰ ਆਪਾਂ ਕਹਿੰਦੇ ਘਾਹ ਫੂਸ, ਦਰਖਤ, ਜੰਗਲ, ਬੇਲੇ, ਜੋ ਵੀ ਆ। ਕਹਿੰਦੇ ਭਾਈ ਜਿਹੜੀ ਉਤਪਜ ਖਾਣੀ ਆ ਨਾ, ਸਾਰੀ ਜਦੋਂ ਹਵਾ ਚੱਲਦੀ ਹੈ ਤੇ ਝੂਮਦੀ ਹੈ, ਤੇ ਪ੍ਰਮਾਤਮਾ ਤੇ ਚੌਰ ਕਰ ਰਹੀ ਇਹ।
ਧੂਪ ਮਾਲ ਆਨ ਲੋ ਪਾਵਨ ਚਵਰੋ ਕਰੇ ਸਾਗਲ ਬਨਰਾਏ ਫੁੱਲੰਤ ਜੋਤੀ। ਤੇ ਸਾਰੀ ਬਨਸਪਤੀ ਜਿੰਨੇ ਫੁੱਲ ਬਖੇਰ ਰਹੀ ਕਹਿੰਦੇ ਪ੍ਰਮਾਤਮਾ ਦੇ ਉੱਤੇ ਇਹ ਜਿਹੜਾ ਫੁੱਲ ਘੇਰ ਰਹੀ ਆ, ਫੁੱਲ ਸਿੱਟ ਰਹੀ ਆ, ਕੈਸੀ ਆਰਤੀ ਹੋਏ। ਹੁਣ ਸਤਿਗੁਰੂ ਫੇਰ ਉਹ ਰਹਾਉ ਵਾਲਾ ਬੰਦ, ਚਲੋ ਮੈਨੂੰ ਮਰਿਆਦਾ ਮੁਤਾਬਕ ਫੇਰ ਵਿਚਾਰਨਾ ਪੈਣਾ। ਆਰੰਭਤਾ ਤੋਂ ਫਿਰ ਥੋੜੀ ਜਿਹੀ ਬੇਨਤੀ ਕਰਦੇ ਆ। ਸਤਿਗੁਰੂ ਕਹਿ ਰਿਹਾ ਵੀ ਜਿਹੜਾ ਪ੍ਰਮਾਤਮਾ ਇੰਨਾ ਮਹਾਨ ਹੈ, ਇੰਨਾ ਵੱਡਾ ਹੈ, ਸਮੁੱਚੇ ਧਰਮਾਂ ਨੂੰ, ਸਮੁੱਚੇ ਬ੍ਰਹਮੰਡਾਂ ਨੂੰ, ਦੇਸ਼ਾਂ ਵਿਦੇਸ਼ਾਂ ਨੂੰ, 84 ਲੱਖ ਜੂਨ ਨੂੰ ਪਾਲ ਰਿਹਾ, ਕਹਿੰਦੇ ਉਹਦੀ ਆਰਤੀ ਛੋਟੀ ਜਿਹੀ ਨਹੀਂ ਹੋ ਸਕਦੀ। ਉਹਦੀ ਆਰਤੀ ਬਹੁਤ ਵੱਡੀ ਹੈ। ਪੂਰਾ ਆਕਾਸ਼ ਮਨ ਉਹਦਾ ਥਾਲ ਹੈ। ਉਹਦੇ 'ਚ ਰੱਬ ਤੇ ਚੰਦਰਮਾ ਤੇ ਸੂਰਜ ਦੀਵੇ ਪਏ ਹੈ। ਪੂਰੇ ਤਾਰਿਆਂ ਦਾ ਜਿਹੜਾ ਸਮੂਹ ਹੈ, ਇੱਕ ਮੋਤੀ ਪਏ ਹੈ। ਮਲਿਆਗਰ ਚੰਦਨ ਦੇ ਜਿਹੜੇ ਰੁੱਖਾਂ 'ਚੋਂ ਮਹਿਕਾਰੀ ਧੂਪ ਚੱਲ ਰਹੀ। ਪੂਰੀ ਜਿਹੜੀ ਹਵਾ ਇਹ ਪਾਵਨ ਚਾਵਰ ਕਰ ਰਹੀ ਹੈ। ਸਾਰੇ ਫੁੱਲ ਜਿਹੜੀਆਂ ਪੱਤੀਆਂ ਹਨ, ਇਹ ਮਾਨੋ ਪ੍ਰਮਾਤਮਾ ਤੇ ਫੁੱਲ ਬਖੇਰ ਰਹੇ। ਕੈਸੀ ਆਰਤੀ ਹੋਏ। ਹੇ ਪ੍ਰਮਾਤਮਾ ਤੇਰੀ ਕਿੱਦਾਂ ਦੀ ਮਹਾਨ ਆਰਤੀ ਹੋਏ, ਕਿਉਂਕਿ ਭਾਵ ਖੰਡਣਾ ਤੇਰੀ ਆਰਤੀ। ਇਹ ਆਰਤੀ ਕਿਹਦੀ ਹੋ ਰਹੀ ਹੈ? ਕਿਸੇ ਮੂਰਤੀ ਦੀ ਨਹੀਂ ਹੋ ਰਹੀ, ਕਿਸੇ ਦੇਵੀ ਦੇਵਤੇ ਦੀ ਨਹੀਂ ਹੋ ਰਹੀ। ਇਹ ਕਹਿੰਦੇ ਭਾਵ ਖੰਡਣਾ ਤੇਰੀ ਆਰਤੀ। ਭਾਵ ਦਾ ਭਾਵ, ਜਿਹੜਾ ਭਾਵ ਦਾ ਭਾਵ ਹੁੰਦਾ, ਜਿਹੜਾ ਜੰਮਣ ਮਰਨ ਤੋਂ ਮੁਕਤ ਕਰ ਦਿੰਦਾ। ਕਹਿੰਦੇ ਉਹ ਫਿਰ ਪ੍ਰਮਾਤਮਾ ਹੀ ਨੇ ਜਿਹੜਾ ਜੰਮਣ ਮਰਨ ਤੋਂ ਮੁਕਤ ਕਰ ਦਿੰਦਾ। ਤੇ ਜਿਨ੍ਹਾਂ ਦੀਆਂ ਆਰਤੀਆਂ ਆਪਾਂ ਉਤਾਰਦੇ, ਉਹ ਤੇ ਵਿਚਾਰੇ ਆਪ ਬਲਾਤਕਾਰ ਦੇ ਕਿੱਸਾਂ 'ਚ ਫਸੇ ਫਿਰਦੇ। ਉਹਨਾਂ ਨੇ ਆਪਾਂ ਨੂੰ ਮੁਕਤ ਕਿੱਥੋਂ ਕਰਨਾ? ਕਿਸੇ ਦੇ ਚਿੱਟੇ ਦਾ ਕੇਸ ਹੈ, ਕਿਸੇ ਦੇ ਬਲਾਤਕਾਰ ਦਾ ਕੇਸ ਹੈ, ਕੋਈ ਠੱਗੀ ਦਾ, ਕਿਸੇ ਦੇ ਕਤਲ ਦਾ। ਉੱਥੇ ਆਗ ਬੰਧਨਾਂ 'ਚ ਫਸੇ ਪਏ ਵਿਚਾਰੇ ਸਾਰੇ। ਉਹਨਾਂ ਨੇ ਆਪਾਂ ਨੂੰ ਮੁਕਤ ਕਿਹੜੇ ਪਾਸਿਓਂ ਕਰਨਾ? ਸਤਿਗੁਰੂ ਕਹਿ ਰਹੇ ਆ ਵੀ ਭਾਈ ਜਿਹੜੀ ਇਹ ਆਰਤੀ ਹੋ ਰਹੀ ਹੈ ਨਾ, ਵੱਡੀ ਆਰਤੀ, ਜਿਹਦਾ ਕੋਈ ਅਥਾਹ ਕੋਈ ਨਹੀਂ, ਬੇਸ਼ੁਮਾਰ, ਜਿਹਦੇ ਦੀਵੇ ਨਹੀਂ ਗਿਣੇ ਜਾ ਸਕਦੇ, ਜਿਹਦੇ ਮੋਤੀ ਨਹੀਂ ਗਿਣੇ ਜਾ ਸਕਦੇ, ਇਹ ਉਹ ਭਾਵ ਖੰਡਣਾ ਦੀ ਆਰਤੀ ਹੈ। ਜਿਹੜਾ ਭਾਵ ਖੰਡਣਾ ਭਾਵ ਜਿਹੜਾ ਜਨਮ ਮਰਨ ਨੂੰ ਖੰਡਨ ਕਰਨ ਵਾਲਾ। ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ। ਤੇ ਸਮੁੱਚੀ ਕਾਇਨਾਤ ਵਿੱਚੋਂ ਨਾਦ ਗੂੰਜ ਰਿਹਾ, ਮਨੁੱਖ ਬੋਲ ਰਹੇ, ਚਿੜੀਆਂ ਚੌਕ ਰਹੀਆਂ, ਸ਼ੇਰ ਗਰਜ ਰਹੇ, ਹਾਥੀ ਚੰਗਾੜ ਰਹੇ। ਇਹ ਸਾਰਾ ਕੁਝ ਕਹਿੰਦੇ ਨਾਦ ਹੀ ਵੱਜ ਰਿਹਾ ਇੱਕ ਮਾਨੋ ਇੱਕ ਤਰ੍ਹਾਂ ਦਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਾਇਦ ਮੈਂ ਜੇ ਭੁੱਲਦਾ ਨਾ ਹੋਵਾਂ ਸ਼ਬਦ, ਜੋ ਉਹਨਾਂ ਨੇ ਤੱਕਿਆ ਨਾ ਇਸ ਬਸਮਾਦ ਨੂੰ, ਕਿਉਂਕਿ ਇਹ ਤੇ ਆਪਣੀ ਆਪਣੀ ਅਵਸਥਾ ਨਾ, ਕਿਹੜਾ ਮਨੁੱਖ ਕਿਹੜੇ ਸ਼ਬਦ ਨੂੰ ਕਿਵੇਂ ਵਿਚਾਰ ਰਿਹਾ, ਉਹਨੂੰ ਉਹਦੇ 'ਚ ਉਹੀ ਕੁਝ ਮਿਲਣਾ ਹੁੰਦਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਹਿੰਦੇ ਦੇਖਿਆ ਵੀ ਚਿੜੀਆਂ ਬੋਲ ਰਹੀਆਂ, ਮੋਰ ਬੋਲ ਰਹੇ, ਇਹ ਹਾਥੀ ਚੰਗਾੜ ਰਹੇ, ਮੀਨ ਮੱਛੀਆਂ ਬੋਲ ਰਹੀਆਂ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕਹਿੰਦੇ ਭਾਈ ਜਿਹੜੇ ਬੋਲ ਰਹੇ ਨਾ, ਮ੍ਰਿਗ ਬੋਲ ਰਹੇ, ਮੀਨ ਮੱਛੀਆਂ ਬੋਲ ਰਹੇ, ਪੰਖੇਰੂ ਪੰਛੀ ਚਹਿਕ ਰਹੇ ਜਿਹੜੇ, ਕਹਿੰਦੇ ਮੈਨੂੰ ਤੇ ਲੱਗਦਾ ਹੀ ਨਹੀਂ ਵੀ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਬੋਲ ਰਿਹਾ, ਰੱਬ ਹੀ ਬੋਲ ਰਿਹਾ। ਉਹ ਤੇ ਚਲੋ ਆਪਾਂ ਨੂੰ ਲੱਗਦਾ ਨਾ ਵੀ ਕੁੱਤਾ ਭੌਂਕ ਰਿਹਾ ਏ, ਚਿੜੀ ਚੌਕ ਰਹੀ ਹੈ, ਹਾਥੀ ਜੰਗਾੜ ਰਿਹਾ, ਸ਼ੇਰ ਗਰਜ ਰਿਹਾ, ਗਾਂ ਰਿੰਗ ਰਹੀ, ਮੱਝ ਰਿੰਗ ਰਹੀ, ਇਹ ਤੇ ਆਪਾਂ ਨੂੰ ਲੱਗਦਾ। ਇਹ ਗੁਰੂ ਨਾਨਕ ਸਾਹਿਬ ਦੀ ਅਵਸਥਾ ਥੋੜੀ। ਗੁਰੂ ਨਾਨਕ ਸਾਹਿਬ ਦੀ ਅਵਸਥਾ ਤੇ ਇਹ ਹੈ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਤਿੰਨੋਂ ਪ੍ਰਜਾਤੀਆਂ ਦੇ ਸਤਿਗੁਰੂ ਨੇ ਨਾਮ ਲੈ ਦਿੱਤੇ। ਮ੍ਰਿਗ ਦਾ ਭਾਵ ਜਿਹੜੇ ਜੰਗਲਾਂ ਦੇ ਵਿੱਚ ਰਹਿਣ ਵਾਲੇ ਜੀਵ, ਧਰਤੀ ਤੇ ਰਹਿਣ ਵਾਲੇ, ਮੀਨ ਜਿਹੜੇ ਪਾਣੀ 'ਚ ਰਹਿਣ ਵਾਲੇ, ਪੰਖੇਰੂ ਪੰਛੀ ਜਿਹੜੇ ਆਕਾਸ਼ 'ਚ ਉੱਡਣ ਵਾਲੇ। ਤਿੰਨੋਂ ਪ੍ਰਜਾਤੀਆਂ ਕਹਿੰਦੇ ਜਦੋਂ ਬੋਲਦੀਆਂ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਲੱਗਦਾ ਵੀ ਰੱਬ ਆਪ ਬੋਲ ਰਿਹਾ। ਤੇ ਗੁਰੂ ਨਾਨਕ ਸਾਹਿਬ ਉਹੀ ਗੱਲ ਕਰ ਰਹੇ ਕਿ ਅਨਹਤਾ ਸ਼ਬਦ ਬਜੰਤ ਭੇਰੀ ਰਹਾਓ। ਸਤਿਗੁਰੂ ਬਿਸ਼ਰਾਮ ਦੇ ਕੇ ਵਰਗੇ ਫਰਮਾਉਂਦੇ, ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ। ਇਹਦੇ ਅਰਥ ਮੈਨੂੰ ਪਤਾ ਸੰਪੂਰਨ ਨਹੀਂ ਹੋਣੇ, ਵਿਚਾਰ ਆਪਾਂ ਦੀ ਬਾਕੀ ਕੱਲ ਨੂੰ ਕਰਾਂਗੇ। ਥੋੜਾ ਜਿਹਾ ਮੈਂ ਇੱਕ ਵਾਰ ਚਲੋ ਜ਼ਿਕਰ ਪ੍ਰਕਰਨ ਦਾ ਚਲਾ ਦਿੰਦਾ। ਸਹਸ ਤਵ ਨੈਣ ਕਿ ਹੇ ਪ੍ਰਮਾਤਮਾ, ਜਿਹਦੀ ਅਸੀਂ ਗੁਰੂ ਨਾਨਕ ਸਾਹਿਬ ਪਾਂਡਿਆਂ ਨੂੰ ਸਮਝਾ ਰਹੇ ਵੀ ਜਿਹੜੇ ਦੀ ਆਰਤੀ ਅਸੀਂ ਕਰ ਰਹੇ ਹਾਂ ਨਾ, ਉਹਦੇ ਸਹਸ ਤਵ ਨੈਣ, ਜਦੋਂ ਸਰਗੁਣ ਸਰੂਪ ਦੀ ਝਲਕ ਕਿਤੇ ਮਿਲਦੀ ਆ ਨਾ, ਤੇ ਹਜ਼ਾਰਾਂ ਉਹਦੇ ਨੈਣ ਨੇ, ਅੱਖਾਂ ਉਹਦੀਆਂ ਹਜ਼ਾਰਾਂ ਹੀ ਨੇ, ਕਰੋੜਾਂ ਅੱਖਾਂ ਨੇ, ਗਿਣਨ ਤੋਂ ਪਰੇ ਆ। ਸਹਸ ਤਵ ਨੈਣ, ਤੇ ਜਦੋਂ ਨਿਰਗੁਣ ਵਿੱਚ ਆਪਣੇ ਆਪ ਨੂੰ ਸਮੇਟ ਲੈਂਦਾ, ਤੇ ਨਨ ਨੈਣ ਹੈ ਤੋਹੇ ਕੋ, ਫੇਰ ਕਹਿੰਦਾ ਉਹਦਾ ਨੈਣ ਕੋਈ ਨਹੀਂ ਆ। ਸਹਸ ਮੂਰਤ, ਜਦੋਂ ਕਹਿੰਦੇ ਸਰਗੁਣ ਸਰੂਪ ਦੀ ਝਲਕ ਮਿਲਦੀ ਆ, ਪਰ ਹਜ਼ਾਰਾਂ ਉਹਦੀਆਂ ਮੂਰਤਾਂ ਪੈਦਾ ਹੋ ਜਾਂਦੀਆਂ, ਸਮੁੱਚੇ ਬ੍ਰਹਮੰਡ ਵਿੱਚ ਪ੍ਰਮਾਤਮਾ ਵਿਖਾਈ ਦੇਣ ਲੱਗਦਾ। ਤੇ ਜਦੋਂ ਆਪਣੇ ਆਪ ਨੂੰ ਨਿਰਗੁਣ 'ਚ ਸਮੇਟ ਲੈਂਦਾ, ਆਪਣੇ ਆਪ ਨੂੰ ਅਚਲ ਮੂਰਤ 'ਚ ਸਮੇਟ ਲੈਂਦਾ,
फिर सहस मूर्त नना एक दो ही, फिर एक भी मूर्त नहीं है। फिर वो जो गुरु कलगीधर पातशाह ने कहा चक्कर चेन अर वर्ण जात अर पात नहन जे, फिर ਉਹਦੀ ਮੂਰਤ ਕੋਈ ਨਹੀਂ ਹੈ। ਜਦੋਂ ਆਪਣੇ ਆਪਣੇ ਸਰਗੁਣ 'ਚ ਝਲਕ ਮਾਰਦਾ ਕਿਤੇ, ਫਿਰ ਇੱਕੋ ਸੈਕਿੰਡ ਦੇ ਵਿੱਚ ਕੋਖਣ ਦੇ ਵਿੱਚ ਹਜ਼ਾਰਾਂ ਮੂਰਤਾਂ ਆਪਣੀਆਂ ਵਿਖਾ ਜਾਂਦਾ, ਫਿਰ ਆਪਣੇ ਆਪ ਨੂੰ ਸਮੇਟਦਾ, ਫਿਰ ਉਹ ਮੂਰਤ ਤੋਂ ਬਿਨਾਂ ਹੀ ਆ। ਸੋ ਇਹਦੀ ਵਿਆਖਿਆ ਆਪਾਂ ਕੱਲ ਨੂੰ ਥੋੜੀ ਜਿਹੀ ਡੂੰਘਾਈ ਨਾਲ ਕਰਾਂਗੇ, ਜਿੰਨੇ ਕਿ ਜਿਹਨੂੰ ਮੈਂ ਦੱਸ ਰਿਹਾ ਨੂੰ ਸਮਝ ਹੈ। ਸੋ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਦਾਸ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਗੁਰਬਾਣੀ ਦਾ ਸ਼ੁੱਧ ਉਚਾਰਨ ਸ਼ੁੱਧ ਵਿਚਾਰ ਕਰਨ ਦੀ ਸਮਰੱਥਾ ਆਵੇ। ਆਪ ਸਮੂਹ ਸੰਗਤ ਦਾ ਧੰਨਵਾਦ, ਕੋਟਨ ਕੋਟ ਸ਼ੁਕਰ ਧੰਨਵਾਦ। ਸਾਹਿਬੇ ਕਮਾਲ ਚਵਰ ਛਤਰ ਤਖਤ ਦੇ ਮਾਲਕ, ਵਾਲੀ ਕੁਲ ਆਲਮ ਸਰਬਰੇ ਕਾਇਨਾਤ ਦੋ ਜਹਾਨ ਵਾਲੀ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜਿਆ ਵਧਾਈਆ। ਰਾਗਰ ਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰਨਾ ਲੈ ਹਰਨਾਦ ਰਹੋ। ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾ ਲੈ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਘਰ ਤਾਂ ਤੇਰਾ ਸਭ ਕੁਛ ਆ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਾ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵੇਟੋ। ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗਾ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ। ਸੇ ਨਾਮ ਹਰਿ ਕੈ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਆਨੰਦ ਸੁਣੋ ਬੜ ਭਾਗੀ ਹੋ। ਸਗਲ ਮਨੋ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ। ਸੰਤ ਸਾਜਨ ਭਏ ਸਰਸੇ ਪੂਰੇ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਬਿਨਵੰਤ, ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਬਿਨਵੰਤ, ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।